ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਸਾਨੂੰ ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਕਿਸ ਤਰ੍ਹਾਂ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਜੀ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ ਸੁਣ ਲਈ ਤੁਸੀਂ ਡਾਇਲ ਕਰ ਸਕਦੇ ਆ ਜੀ 832 551 50 29 8325515029 605475 6868 605 475 6868। ਜੇ ਤੁਸੀਂ ਨੈੱਟ ਤੇ ਸੁਣਨਾ www.punjabiradiousa.com ਇਸ ਤਰ੍ਹਾਂ ਸੁਣ ਸਕਦੇ ਆ ਜੀ। ਜੇ ਤੁਹਾਡੇ ਕੋਲ ਆਈਫੋਨ ਆ ਜਾਂ ਹੋਰ ਕੋਈ ਵੀ ਸਮਾਰਟਫੋਨ ਆ ਤਾਂ ਇਸ ਦੀ ਜਿਹੜੀ ਐਪਲੀਕੇਸ਼ਨ ਆ ਉਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਜੀ, ਬਿਲਕੁਲ ਫ੍ਰੀ ਆ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਣਾ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਆਪਾਂ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਰਾਵਣ ਫੂਕਿਆ ਜਾ ਰਿਹਾ ਆ ਭਾਰਤ ਦੇ ਵਿੱਚ, ਤੇ ਉੱਥੇ ਭਗਦੜ ਵੀ ਬੜੀ ਮਚ ਰਹੀ ਆ ਤੇ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਆ ਜੀ। ਇਹ ਪਟਨਾ ਦੇ ਵਿੱਚ ਜਿਹੜਾ ਹੋਇਆ ਜੀ, ਬਿਹਾਰ ਦੀ ਜਿਹੜੀ ਰਾਜਧਾਨੀ ਹੈ ਪਟਨਾ, ਗਾਂਧੀ ਮੈਦਾਨ ਹੈ ਇੱਥੇ, ਜਿੱਥੇ ਮੁੱਖ ਮੰਤਰੀ ਉੱਥੋਂ ਦੇ ਮਾਂਝੀ ਜਿਹੜੇ ਉਹ ਵੀ ਹਾਜ਼ਰ ਸੀ ਜੀ। ਜਦੋਂ ਉਹ ਚਲੇ ਗਏ ਉਸ ਤੋਂ ਬਾਅਦ ਅਫਵਾਹ ਫੈਲ ਗਈ ਕਿ ਇੱਥੇ ਬਿਜਲੀ ਦੀ ਜਿਹੜੀ ਨੰਗੀ ਤਾਰ ਆ ਉਹ ਡਿੱਗੀ ਹੈ। ਇਹ ਕਿਸੇ ਨੇ ਅਫਵਾਹ ਜਿਹੜੀ ਸੀ ਫੈਲਾਤੀ। ਅਫਵਾਹ ਐਸੀ ਫੈਲੀ ਕਿ ਭੀੜ ਜਿਹੜੀ ਸੀ ਉੱਥੇ ਭੱਜਣੀ ਸ਼ੁਰੂ ਹੋ ਗਈ। ਤੇ ਇਹ ਅਕਸਰ ਹੀ ਜਿਵੇਂ ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਵਾਪਰਦਾ ਕਿ ਭਗਦੜ ਜਿਹੜੀ ਆ ਮੱਚਦੀ ਆ, ਫਿਰ ਕੋਈ ਕਿਸੇ ਨੂੰ ਨਹੀਂ ਦੇਖਦਾ ਜੀ। ਔਰ ਇਹਦਾ ਅਕਸਰ ਸ਼ਿਕਾਰ ਜਿਹੜੀਆਂ ਔਰਤਾਂ ਤੇ ਬੱਚੇ ਹੁੰਦੇ ਨੇ। ਉਹੋ ਜਿਹਾ ਕੁਛ ਹੀ ਇੱਥੇ ਪਟਨੇ ਦੇ ਵਿੱਚ ਜਿਹੜਾ ਜੀ ਉਹ ਹੋਇਆ। ਜਿਹੜੀਆਂ ਵੱਖ-ਵੱਖ ਰਿਪੋਰਟਾਂ ਨੇ ਜੀ, ਇੱਕ ਰਿਪੋਰਟ ਜਿਹੜੀ ਆ ਉਹ 38 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਰ ਰਹੀ ਹੈ, ਇੱਕ ਰਿਪੋਰਟ ਜਿਹੜੀ ਆ ਉਹ 40 ਤੇ ਇੱਕ ਰਿਪੋਰਟ ਜਿਹੜੀ ਆ ਉਹ 42 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਹੈ ਉਹ ਦੇ ਰਹੀ ਹੈ। 100 ਤੋਂ ਉੱਪਰ ਲੋਕ ਜਿਹੜੇ ਨੇ ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਨੇ। ਸ਼ੁਰੂਆਤੀ ਜਿਹੜੀਆਂ ਰਿਪੋਰਟਾਂ ਸਨ ਜੀ ਉਹ ਤਕਰੀਬਨ 25 ਸਨ, ਪਰ ਹੌਲੀ ਹੌਲੀ ਇਹ ਡੈਥ ਦੀ ਗਿਣਤੀ ਜਿਹੜੀ ਹੈ ਜੀ ਉਹ ਵੱਧਦੀ ਗਈ ਔਰ ਵੱਧਦੀ ਜਿਹੜੀ ਹੈ ਜੀ ਉਹ ਜਾ ਰਹੀ ਹੈ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੇ ਜ਼ਿਆਦਾ ਜ਼ਖਮੀ ਹੋਏ ਨੇ ਉਹਨਾਂ ਦੀਆਂ ਡੈਥ ਜਿਹੜੀਆਂ ਨੇ ਹਸਪੀਟਲ ਦੇ ਵਿੱਚ ਜਾ ਕੇ ਹੋਈਆਂ ਨੇ। ਇਹਦੇ ਉੱਤੇ ਸਿਆਸਤ ਵੀ ਆਪਣੀ ਜਗ੍ਹਾ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਹੈ। ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਜਿਹੜਾ ਜੀ ਪ੍ਰਸ਼ਾਸਨ ਉਹਨੂੰ ਇਹਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ। ਰਾਸ਼ਟਰਪਤੀ ਨੇ ਜਿਹੜੀ ਇਹਦੀ ਉਹ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੇ ਨਾਲ ਬਿਹਾਰ ਦੇ ਨਾਲ ਗੱਲ ਜਿਹੜੀ ਹੈ ਜੀ ਕੀਤੀ ਹੈ। ਔਰ ਇਹ ਕਿਹਾ ਗਿਆ ਜੀ ਕਿ ਇਹਦੀ ਇਨਵੈਸਟੀਗੇਸ਼ਨ ਕਰਵਾਈ ਜਾਊਗੀ। ਜੋ ਕੁਛ ਹੁੰਦਾ ਉਹੀ ਹੋਇਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੇ 2-2 ਲੱਖ ਰੁਪਈਆ ਦੇ ਦਿੱਤਾ ਮੰਨ ਵਾਲਿਆਂ ਨੂੰ, 3-3 ਲੱਖ ਰੁਪਈਆ ਜਿਹੜਾ ਜੀ ਸੂਬੇ ਦੀ ਸਰਕਾਰ ਨੇ ਐਲਾਨ ਜਿਹੜਾ ਜੀ ਕੀਤਾ। ਭਗਦੜ ਕਿਉਂ ਮੱਚਦੀ ਹੈ, ਕਿਉਂ ਇੱਦਾਂ ਡੈਥ ਹੁੰਦੀਆਂ ਨੇ, ਨਾ ਪਹਿਲਾਂ ਕਦੀ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਤੇ ਨਾ ਕੋਈ ਗਾਂਹ ਹੀ ਅੱਗੇ ਆਉਣਾ ਜਿਹੜਾ ਜੀ। ਉਹੀ ਕੁਛ ਹੋ ਕੇ ਸਭ ਕੁਛ ਨੋਰਮਲ ਚੱਲਣ ਲੱਗ ਜਾਂਦਾ ਜੀ, ਤੇ ਫਿਰ ਕਿਤੇ ਨਾ ਕਿਤੇ ਇਹੋ ਜਿਹੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਹੈ ਜੀ। ਤੇ ਇਸੇ ਦੇ ਨਾਲ ਲੱਗਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਕਹਿੰਦੇ ਪਹਿਲਾਂ ਚਹਿਲ ਪਹਿਲ ਹੁੰਦੀ ਸੀ ਬਾਜ਼ਾਰਾਂ ਦੇ ਵਿੱਚ, ਖਰੀਦੋ ਫਰੋਖਤ ਹੁੰਦੀ ਸੀਗੀ, ਪਰ ਕਹਿੰਦੇ ਵੀ ਮੋਦੀ ਦੀ ਲਹਿਰ ਐਸੀ ਆਈ ਆ ਤੇ ਉਹ ਖਰੀਦੋ ਫਰੋਖਤ ਇੰਨੀ ਨਹੀਂ ਹੋਈ ਤੇ ਵਿਚਾਰੇ ਜਿਹੜੇ ਦੁਕਾਨਦਾਰ ਆ ਉਹ ਇਸੇ ਤਰ੍ਹਾਂ ਲੋਕਾਂ ਨੂੰ ਉਡੀਕਦੇ ਬੈਠੇ ਰਹੇ। ਫੈਸਟੀਵਲ ਸੀਜ਼ਨ ਦੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਜੀ ਉਹ ਸ਼ੁਰੂਆਤ ਹੁੰਦੀ ਹੈ। ਦੁਸਹਿਰਾ ਇਹ ਤੁਸੀਂ ਕਹਿ ਲਓ ਕਿ ਰੀਅਲ ਦੇ ਵਿੱਚ ਜਿਹੜੇ ਦਿਨ ਤਿਉਹਾਰ ਨੇ ਉਹਨਾਂ ਦੀ ਸ਼ਾਪਿੰਗ ਹੁੰਦੀ ਆ। ਇਸ ਵਾਰੀ ਜਿਹੜੀ ਸ਼ਾਪਿੰਗ ਆ ਉਹ ਹਾਲ ਦੀ ਘੜੀ ਤਾਂ ਘੱਟ ਹੋਈ ਆ। ਹੁਣ ਬਹੁਤੀ ਆਸ ਜਿਹੜੀ ਆ ਜੀ ਦੁਕਾਨਦਾਰਾਂ ਦੀ ਉਹ ਲੱਗੀ ਹੋਈ ਆ ਦੀਵਾਲੀ ਵਾਲੀ ਸ਼ਾਪਿੰਗ ਦੇ ਉੱਤੇ ਕਿ ਸ਼ਾਇਦ ਉਹਦੇ ਦੌਰਾਨ ਜਿਹੜੀ ਆ ਜੀ ਉਹਨਾਂ ਤਾਂ ਕੁਛ ਰੌਣਕ ਜਿਹੜੀ ਆ ਜੀ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਲੱਗ ਸਕੇ। ਅਜੇ ਤੱਕ ਜਿਹੜੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਤਾਂ ਬਾਜ਼ਾਰ ਵਗੈਰਾ ਜਿਹੜੇ ਜੀ ਉਹਨਾਂ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਨੇ, ਪਰ ਅਜੇ ਤੱਕ ਕੋਈ ਭੀੜਾਂ ਜਿਹੜੀਆਂ ਨੇ ਉਹ ਬਾਜ਼ਾਰਾਂ ਦੇ ਵਿੱਚ ਆਉਣੀਆਂ ਨਹੀਂ ਸ਼ੁਰੂ ਹੋਈਆਂ। ਬਹੁਤ ਕੁਝ ਜਿਹੜਾ ਡਿਪੈਂਡ ਕਰਦਾ ਜੀ ਫਸਲ ਦੇ ਉੱਤੇ। ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਓਵਰਆਲ ਭਾਰਤ ਦੀ ਗੱਲ ਕਰੀਏ ਤਾਂ ਮਹਿੰਗਾਈ ਦਰ ਜਿਹੜੀ ਹੈ ਜੀ ਉਹ ਬਹੁਤ ਵਧੀ ਹੈ, ਜਿਹਦੀ ਵਜ੍ਹਾ ਕਰਕੇ ਲੋਕਾਂ ਦੀ ਜੇਬ ਜਿਹੜੀ ਹੈ ਜੀ ਉਹ ਇਸ ਵੇਲੇ ਇਜਾਜ਼ਤ ਨਹੀਂ ਦਿੰਦੀ ਇਸ ਗੱਲ ਦੀ। ਸੇਲਾਂ ਬੜੀਆਂ ਲੱਗੀਆਂ ਹੋਈਆਂ ਨੇ, ਬਹੁਤ ਕੁਛ ਇੱਕ ਨਾ ਇੱਕ ਫ੍ਰੀ ਤੇ ਇੰਨੇ ਦਾ ਜੀ ਇੰਨੇ ਦਾ ਬਹੁਤ ਕੁਛ ਲੱਗਿਆ ਹੋਇਆ, ਪਰ ਜਿਹੜੇ ਗਾਹਕ ਨੇ ਉਹ ਨਹੀਂ ਹੈਗੇ। ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਫਸਲਾਂ ਦੇ ਉੱਤੇ ਬਹੁਤ ਕੁਛ ਜਿਹੜਾ ਜੀ ਉਹ ਡਿਪੈਂਡ ਆ। ਪਹਿਲਾਂ ਸੋਕੇ ਨੇ ਮਾਰਿਆ, ਫਿਰ ਜਿਹੜਾ ਸੀਗਾ ਜੀ ਮੀਂਹ ਜ਼ਿਆਦਾ ਪੈ ਗਏ ਉਹਨੇ ਫਸਲਾਂ ਦਾ ਨੁਕਸਾਨ ਜਿਹੜਾ ਜੀ ਉਹ ਕੀਤਾ। ਫਿਰ ਵੀ ਔਖੇ ਹੋ ਕੇ ਜਿਹੜੀ ਪਾਲੀ ਹੋਈ ਫਸਲ ਆ ਜੀ ਉਹ ਇਸ ਵੇਲੇ ਮੰਡੀਆਂ ਦੇ ਵਿੱਚ ਰੁਲ ਰਹੀ ਆ। ਵੱਡੇ ਟਰਾਲੇ ਜਿਹੜੇ ਨੇ ਜੀ ਜਿਹੜੇ ਉਧਰੋਂ ਨੋਟਾਂ ਦੇ ਭਰ ਕੇ ਆਉਣੇ ਸੀ ਉਹ ਤਾਂ ਨਹੀਂ ਆਏ, ਪਰ ਇੱਧਰੋਂ ਝੋਨੇ ਦੇ ਭਰ ਕੇ ਹਰਿਆਣੇ ਨੂੰ ਜ਼ਰੂਰ ਜਾ ਰਹੇ ਆ, ਕਿਉਂਕਿ ਹਰਿਆਣੇ ਦੇ ਵਿੱਚ ਫਸਲ ਜਿਹੜੀ ਆ ਉਹ ਚੁੱਕੀ ਜਾ ਰਹੀ ਹੈ ਜੀ। ਉਧਰੋਂ ਜਿਹੜੀ ਵੇਚ ਕੇ ਜੀ ਇਸ ਪਾਸੇ ਵੱਲ ਪੈਸੇ ਜਿਹੜੇ ਆਉਣਗੇ
ਤੇ ਫਿਰ ਅੱਗੋਂ ਜਿਹੜੀ ਹੈ ਜੀ ਇੱਥੇ ਹੁਲਾਰਾ ਮਿਲਣ ਦੇ ਆਸਾਰ ਨੇ ਥੋੜਾ ਸ਼ਾਪਿੰਗ ਨੂੰ। ਪਰ ਫਸਲ ਦਾ ਨੁਕਸਾਨ ਬਹੁਤ ਹੋਇਆ ਇਸ ਵਾਰੀ। ਨਰਮਾ ਤਾਂ ਮੁਕੰਮਲ ਰੂਪ ਦੇ ਵਿੱਚ ਹੀ ਬਹੁਤੀ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਖਤਮ ਹੋ ਗਿਆ। ਗੁਆਰੇ ਦੀ ਫਸਲ ਖਤਮ ਹੋ ਗਈ। ਬੜਾ ਕੁਝ ਇਹਦੇ ਉੱਤੇ ਡਿਪੈਂਡ ਕਰਦਾ ਹੁੰਦਾ ਜੇ ਮਾਲਵਾ ਬੈਲਟ ਦੀ ਗੱਲ ਕਰੀਏ। ਤੇ ਬਾਕੀ ਜਗ੍ਹਾ ਦੇ ਉੱਤੇ ਜਿਵੇਂ ਮੈਂ ਦੱਸਿਆ ਕਿ ਸੋਕੇ ਦੀ ਵਜ੍ਹਾ ਕਰਕੇ ਬਹੁਤ ਨੁਕਸਾਨ ਹੋਇਆ। ਬਾਅਦ ਦੇ ਵਿੱਚ ਮੀਂਹਾਂ ਨੇ ਕੀਤਾ, ਤਾਂ ਇਸ ਕਰਕੇ ਅਜੇ ਕੋਈ ਬਹੁਤੀ ਜ਼ਿਆਦਾ ਜਿਹੜੀ ਰੌਣਕ ਆ ਉਹ ਨਹੀਂ ਦਿਸੀ। ਜ਼ਿਮੀਂਦਾਰ ਦੇ ਉੱਤੇ ਬਹੁਤਾ ਕੁਝ ਡਿਪੈਂਡ ਕਰਦਾ ਜੀ, ਉਹੀ ਸਰਕੂਲੇਟ ਹੁੰਦੀ ਹੈ ਜੀ ਮਨੀ ਅੱਗੇ ਤੋਂ ਅੱਗੇ ਜਿਹੜੀ ਹੈ ਜੀ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੁਕਾਨਦਾਰ ਜਿਹੜੇ ਨੇ ਜੀ ਉਹਨਾਂ ਨੂੰ ਬੂਰ ਪੈਂਦਾ ਕਿ ਨਹੀਂ। ਜੀ ਤਾਂ ਇਸੇ ਦੇ ਨਾਲ ਲੱਗਦੀ ਗੱਲ ਕਰੀਏ ਜੀ, ਜਿਵੇਂ RRS ਦੇ ਮੁਖੀ ਮੋਹਨ ਭਾਗਵਤ ਆ, ਉਸ ਨੇ ਜਿਹੜਾ ਸਿੱਧਾ ਉਹਦਾ ਪ੍ਰਸਾਰਣ ਆ ਉਹ ਦੂਰਦਰਸ਼ਨ ਤੋਂ ਹੋਇਆ ਤੇ ਉਸ ਦਾ ਵਿਵਾਦ ਵੀ ਕਾਫੀ ਭਖ ਗਿਆ ਹੈ। ਵਿਜੇ ਦਸ਼ਮੀ ਦੇ ਮੌਕੇ ਦੇ ਉੱਤੇ ਇਹ RSS ਜਿਹੜੀ ਹੈ ਜੀ ਇਹ ਹਮੇਸ਼ਾ ਹੀ ਆਪਣਾ ਜਿਹੜਾ ਸਮਾਗਮ ਆ ਉਹ ਕਰਦੀ ਆ। ਇਹਦਾ ਸਥਾਪਨਾ ਦਿਵਸ ਹੁੰਦਾ ਇਹ 99ਵਾਂ ਸੀਗਾ ਜੀ। 89 ਈਅਰਸ ਜਿਹੜੇ ਹੋ ਗਏ। ਰੇਸ਼ਮ ਬਾਗ ਦੇ ਵਿੱਚ ਨਾਗਪੁਰ ਦੇ ਵਿੱਚ ਇਹ ਜਿਹੜਾ ਜੀ ਸਮਾਗਮ ਕੀਤਾ ਗਿਆ। ਹਰ ਸਾਲ ਕੀਤਾ ਜਾਂਦਾ ਹੈ। ਖਬਰਾਂ ਦੇ ਰੂਪ ਦੇ ਵਿੱਚ ਤਾਂ ਜ਼ਰੂਰ ਆ ਜਾਂਦਾ, ਦੂਰਦਰਸ਼ਨ ਵੀ ਵਿਖਾ ਦਿੰਦਾ ਫੁਟੇਜ, ਪਰ ਇਸ ਵਾਰੀ ਇਹ ਨਵਾਂ ਕੀਤਾ ਗਿਆ ਜੀ ਕਿ ਦੂਰਦਰਸ਼ਨ ਨੇ ਲਾਈਵ ਬ੍ਰੌਡਕਾਸਟ ਕੀਤਾ ਮੋਹਨ ਭਾਗਵਤ ਦੇ ਇਸ ਜਿਹੜਾ ਉਹਨੇ ਸੰਬੋਧਨ ਕੀਤਾ। ਇਹਨੂੰ ਲੈ ਕੇ ਤਕੜਾ ਵਾਦ-ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਮੋਹਨ ਭਾਗਵਤ ਨਾ ਤਾਂ ਉਹਦੇ ਕੋਲੇ ਕੋਈ ਸਰਕਾਰੀ ਅਹੁਦਾ, ਨਾ ਉਹ ਮੰਤਰੀ ਹੈ, ਨਾ ਉਹ BJP ਦਾ ਜਿਹੜਾ ਆਗੂ ਹੈ ਜੀ, ਉਹ ਸੰਘ ਪਰਿਵਾਰ ਦਾ ਮੁਖੀ ਹੈ। ਪਰ ਮੇਰਾ ਖਿਆਲ ਬਹੁਤੇ ਲੋਕਾਂ ਨੂੰ ਜੇ ਕੋਈ ਸ਼ੱਕ ਸ਼ੁਬਾ ਹੋਵੇ ਤਾਂ ਹੁਣ ਗੱਲ ਸਮਝ ਜ਼ਰੂਰ ਆ ਜਾਣੀ ਚਾਹੀਦੀ ਹੈ ਜੀ। ਜਿਹੜਾ ਮਾਈ ਬਾਪ ਆ ਭਾਰਤੀ ਜਨਤਾ ਪਾਰਟੀ ਦਾ ਉਹ ਸੰਘ ਪਰਿਵਾਰ ਹੀ ਹੈ। ਕਾਂਗਰਸ ਤੇ ਖੱਬੀਆਂ ਪਾਰਟੀਆਂ ਜਿਹੜੀਆਂ ਜੀ ਉਹਨਾਂ ਨੇ ਇਸ ਦੂਰਦਰਸ਼ਨ ਤੇ ਪ੍ਰਸਾਰਿਤ ਕੀਤਾ ਗਿਆ ਜਿਹੜਾ ਉਹਦਾ ਲੈਕਚਰ ਸੀਗਾ ਜੀ, ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਉਹ ਕੀਤਾ ਔਰ ਇਹ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਿਹੜੀਆਂ ਇਹ ਪਾਰਟੀਆਂ ਨੇ ਜਿਹੜੀਆਂ ਖੱਬੀਆਂ ਪਾਰਟੀਆਂ ਨੇ ਤੇ ਉਹਨੇ ਖਾਸ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਪੋਲਿਟ ਬਿਊਰੋ ਦੇ ਜਿਹੜੇ ਇੱਕ ਮੈਂਬਰ ਨੇ ਉਹਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਹਿੰਦੂਤਵ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਜਿਹੜਾ ਮੋਹਨ ਭਾਗਵਤ ਸੀਗਾ ਉਹਨੇ ਮੋਦੀ ਦੀ ਤਾਰੀਫ ਕੀਤੀ ਹੈ। ਇਹ ਆਖਿਆ 6 ਮਹੀਨੇ ਰਫ ਟਾਈਮ ਨਹੀਂ ਹੁੰਦਾ, ਅਜੇ ਟਾਈਮ ਜਿਹੜਾ ਜੀ ਦਿਓ ਸਰਕਾਰ ਦੇ ਨਤੀਜੇ ਦੇਖਣ ਦੇ ਵਾਸਤੇ। ਦੂਜੇ ਪਾਸੇ ਮੋਹਨ ਭਾਗਵਤ ਸੰਬੰਧੀ ਦੂਰਦਰਸ਼ਨ ਤੇ ਉਹਦੇ ਹੋਏ ਇਸ ਪ੍ਰਸਾਰਣ ਨੂੰ ਲੈ ਕੇ ਜਿਹੜਾ ਵਾਦ-ਵਿਵਾਦ ਛਿੜਿਆ, ਉਹਦੇ ਵਿੱਚ ਨਰਿੰਦਰ ਮੋਦੀ ਨੇ ਬਚਾਅ ਜਿਹੜਾ ਜੀ ਉਹ ਮੋਹਨ ਭਾਗਵਤ ਦਾ ਕੀਤਾ ਇਸ ਮਾਮਲੇ ਦੇ ਉੱਤੇ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਬਾਕੀ ਵੱਖ-ਵੱਖ ਜਿਹੜੇ ਗਰੁੱਪ ਨੇ ਉਹਨਾਂ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਲੋਕ ਨੇ, ਕਦੀ ਉਹਨਾਂ ਨੂੰ ਤਾਂ ਇਸ ਤਰ੍ਹਾਂ ਦਾ ਟਾਈਮ ਨਹੀਂ ਦਿੱਤਾ ਗਿਆ। ਫਿਰ ਮੋਹਨ ਭਾਗਵਤ ਦੀ ਕੀ ਜ਼ਰੂਰਤ ਪਈ ਸੀ ਕਿ ਦੂਰਦਰਸ਼ਨ ਵਾਲੇ ਜਿਹੜੇ ਆ ਉਹਦੇ ਚਾਪਲੂਸੀ ਕਰਨ ਲਈ ਕੈਮਰੇ ਉਹਦੇ ਮਗਰ ਚੁੱਕੀ ਫਿਰਦੇ ਆ। ਬਿਲਕੁਲ ਜੀ। ਇਹ ਜਿਹੜਾ ਇੱਕ ਕਹਿੰਦੇ ਕਿ ਆਮ ਲੋਕਾਂ ਦਾ ਇਹ TV ਚੈਨਲ ਹੈਗਾ ਦੂਰਦਰਸ਼ਨ ਆ, ਉਸ ਤੋਂ ਫਿਰ ਦੂਸਰੇ ਕਮਿਊਨਿਟੀਆਂ ਵਾਲੇ ਆ, ਦੂਸਰੇ ਧਰਮਾਂ ਵਾਲੇ ਆ, ਉਹ ਜ਼ਰੂਰ ਟਾਈਮ ਮੰਗਣਗੇ। ਤੇ ਅੱਗੇ ਦੇਖੋ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਹੈਗਾ ਕਿ ਇੱਧਰ ਕੰਨਾਂ ਦੇ ਵਿੱਚ ਗੱਲ ਪਈ ਤਾਂ ਦੂਜੇ ਪਾਸੇ ਨਿਕਲ ਗਈ ਕਿ ਅੱਗੇ ਕੀ ਹੁੰਦਾ। ਤੇ ਅੱਗੇ ਚੱਲਦੇ ਜੀ ਪੰਜਾਬ ਸਰਕਾਰ ਨੇ ਜਿਹੜਾ ਚੁੱਪ ਚਪੀਤੇ ਡੀਜ਼ਲ ਤੇ ਹੋਰ ਕਈ ਚੀਜ਼ਾਂ ਦੇ ਜਿਹੜੇ ਵੈਟ ਆ ਉਹ ਵਧਾ ਦਿੱਤੇ ਆ। ਡੀਜ਼ਲ ਦੇ ਉੱਤੇ ਵਧਿਆ ਜਿਹੜਾ ਵੈਟ ਹੈ ਜੀ ਇਹਦਾ ਅਸਰ ਸਿੱਧਾ ਕਿਸਾਨਾਂ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਪੈਣਾ। ਇਹ ਚੁੱਪ ਚਪੀਤੇ ਬਿਨਾਂ ਕੋਈ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਸੱਦੇ ਤੋਂ 1 ਰੁਪਈਆ ਜਿਹੜਾ ਜੀ ਉਹ ਵੈਟ ਸਰਕਾਰ ਨੇ ਵਧਾ ਦਿੱਤਾ ਜੀ ਡੀਜ਼ਲ ਦੇ ਉੱਤੇ। ਹੁਣ ਉੱਤਰੀ ਭਾਰਤ ਦੇ ਵਿੱਚ ਡੀਜ਼ਲ ਸਭ ਤੋਂ ਮਹਿੰਗਾ ਜਿਹੜਾ ਜੀ ਪੰਜਾਬ ਦੇ ਵਿੱਚ ਹੋ ਗਿਆ। 5 ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਨੂੰ ਡੀਜ਼ਲ ਮਹਿੰਗਾ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਨੇ ਜਿਹੜਾ ਜੀ ਉਹ ਪਛਾੜ ਦਿੱਤਾ। ਖਪਤਕਾਰਾਂ ਨੂੰ ਡੀਜ਼ਲ ਪਹਿਲਾਂ ਨਾਲੋਂ 59 ਪੈਸੇ ਪ੍ਰਤੀ ਲੀਟਰ ਜਿਹੜਾ ਜੀ ਉਹ ਮਹਿੰਗਾ ਮਿਲ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਜੀ ਡੀਜ਼ਲ ਦੇ ਉੱਤੇ 1% ਵੈਟ ਜਿਹੜਾ ਇਹ ਵਧਾਇਆ ਗਿਆ। ਇਹਦੇ ਨਾਲ 110 ਕਰੋੜ ਰੁਪਏ ਸਾਲਾਨਾ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਬੋਝ ਜਿਹੜਾ ਜੀ ਉਹ ਪਊਗਾ। ਸਭ ਤੋਂ ਜ਼ਿਆਦਾ ਭਾਰ ਜਿਹੜਾ ਇਹਦਾ ਖੇਤੀ ਦੇ ਸੈਕਟਰ ਦੇ ਉੱਤੇ ਪੈਣਾ। ਉਹਦੇ ਵੈਸੇ ਕਿਸਾਨਾਂ ਦੀ ਹਮਦਰਦ ਜਿਹੜੀ ਪਾਰਟੀ ਆ ਦੀ ਉਹਦੀ ਸਰਕਾਰ ਹੈ, ਪਰ ਜਿੰਨਾ ਕਚੂਮਰ ਕਿਸਾਨਾਂ ਦਾ ਇਹ ਪਾਰਟੀ ਜਿਹੜੀ ਕੱਢ ਰਹੀ ਹੈ, ਸ਼ਾਇਦ ਹੋ ਸਕਦਾ ਦੂਜੀ ਜਿਹੜੀ ਪਾਰਟੀ ਸੀ ਉਹ ਕਈ ਵਾਰੀ ਸੋਚਦੀ ਜੀ। ਸੂਬੇ ਦੇ ਵਿੱਚ ਡੀਜ਼ਲ ਦੀ ਕੁੱਲ ਖਪਤ ਦਾ 50% ਹਿੱਸਾ ਜਿਹੜਾ ਜੀ ਉਹ ਖੇਤੀ ਸੈਕਟਰ ਜਿਹੜਾ ਉਹਦੇ ਵਿੱਚ ਖਰਚਿਆ ਜਾਂਦਾ ਜੀ। 90 ਲੱਖ ਲੀਟਰ ਡੀਜ਼ਲ ਦੀ ਰੋਜ਼ਾਨਾ ਵਿਕਰੀ ਹੁੰਦੀ ਹੈ। ਟਰਾਂਸਪੋਰਟ ਦੇ ਧੰਦੇ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਪਊਗਾ। ਗੁਆਂਢੀ ਸੂਬਿਆਂ ਦੇ ਵਿੱਚ ਡੀਜ਼ਲ ਦੇ ਭਾਅ ਘੱਟ ਨੇ, ਜਦੋਂ ਕਿ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ। ਹਰਿਆਣੇ ਦੇ ਵਿੱਚ ਹੁਣ ਪੰਜਾਬ ਨਾਲੋਂ ਤਕਰੀਬਨ 1 ਰੁਪਈਆ ਪ੍ਰਤੀ ਲੀਟਰ ਜਿਹੜਾ ਜੀ ਉਹ ਡੀਜ਼ਲ ਸਸਤਾ ਹੈ ਹਰਿਆਣੇ ਦੇ ਵਿੱਚ। ਇਹਦੇ ਨਾਲ ਜਿਹੜੇ ਸਰਹੱਦੀ
ਜਗ੍ਹਾ ਦੇ ਉੱਤੇ ਜਿਹੜੀ ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਲੱਗਦੇ ਜਾਂ ਹਿਮਾਚਲ ਤੇ ਪੰਜਾਬ ਦੀ ਸਰਹੱਦ ਦੇ ਉੱਤੇ ਲੱਗਦੇ ਪੈਟਰੋਲ ਪੰਪ ਨੇ ਜੀ, ਉਹਨਾਂ ਦੇ ਵਿਕਰੀ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਉਹ ਪੈਣ ਦੀ ਸੰਭਾਵਨਾ ਹੈ, ਕਿਉਂਕਿ ਲੋਕ ਜਿਹੜੇ ਨੇ ਉਹ ਦੂਜੇ ਰਾਜਾਂ ਦੇ ਵਿੱਚੋਂ ਜਾ ਕੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਤਾਂ ਵੈਸੇ 6 ਰੁਪਈਏ ਦਾ ਫਰਕ ਹੈ। ਪੈਟਰੋਲ ਜਿਹੜਾ 6 ਰੁਪਈਏ ਦੇ ਕਰੀਬ ਵੱਧ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਨਾਲੋਂ। ਹੁਣ ਜਿਹੜਾ ਡੀਜ਼ਲ ਹੈ ਉਹਦਾ ਵੀ ਰੇਟ ਵੱਧ ਗਿਆ। ਇਸ ਕਰਕੇ ਜਿੱਥੇ ਹਰਿਆਣੇ ਤੇ ਹਿਮਾਚਲ ਦੇ ਏਰੀਏ ਦੇ ਵਿੱਚ ਲੱਗੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੀ ਵਿਕਰੀ ਜਿਹੜੀ ਹੈ ਜੀ ਇੱਕਦਮ ਵਧਣ ਦੇ ਆਸਾਰ ਹੋ ਗਏ ਨੇ, ਉੱਥੇ ਪੰਜਾਬ ਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੀ ਵਿਕਰੀ ਘਟਣ ਦੇ ਆਸਾਰ ਜਿਹੜੇ ਨੇ ਉਹ ਹੋ ਗਏ ਨੇ। ਇਹਨੂੰ ਕਹਿੰਦੇ ਨੇ ਜੀ ਬਿਨਾਂ ਪਾਲਿਸੀਜ਼ ਤੋਂ ਜਿਹੜਾ ਉਹ ਤੁਰੇ ਫਿਰਨਾ। ਪੰਜਾਬ ਸਰਕਾਰ ਉਹੀ ਕਰ ਰਹੀ ਹੈ ਜੀ ਕਿ ਬਿਨਾਂ ਪਾਲਿਸੀ ਤੋਂ ਜਿਹੜੀ ਹੈ ਜੀ ਹਨੇਰੇ ਦੇ ਵਿੱਚ ਤੀਰ ਚਲਾਈ ਜਾਂਦੀ ਹੈ ਜੀ। ਇਹਦੇ ਨਾਲ ਆਮ ਲੋਕ ਜਿਹੜੇ ਨੇ ਉਹਨਾਂ ਦਾ ਕਚੂਮਰ ਨਿਕਲੀ ਜਾ ਰਿਹਾ ਜੀ। ਜੀ ਤਾਂ ਇਸੇ ਤਰ੍ਹਾਂ ਹਰਿਆਣੇ ਚੱਲਦੇ ਆ ਜੀ, ਉੱਥੇ ਅਲਾਨੋ ਤੇ ਅਕਾਲੀ ਦਾ ਗੱਠਜੋੜ ਦੇਖ ਕੇ ਜਿਹੜੇ ਆ ਬੀਜੇਪੀ ਵਾਲੇ ਆ ਉਹ ਕਾਫੀ ਔਖੇ ਲੱਗਦੇ ਆ। ਇਸ ਵੇਲੇ ਪਹਿਲਾਂ ਗੱਲ ਤਾਂ ਇਹ ਚੱਲ ਰਹੀ ਹੈ, ਵੈਸੇ ਤੁਹਾਨੂੰ ਦੇਰ ਦਾ ਕਹਿਣਾ ਜੀ ਕਿ ਜਿਹੜੀ ਅਜੇ ਤੁਸੀਂ ਆਉਣ ਦੇ ਉਹਦੀ ਜਿਹੜਾ ਚੋਣ ਪ੍ਰਚਾਰ ਸਿਖਰ ਤੇ ਜਾਣਦੇ ਹੋ, ਇਹ ਬੜੀ ਵੱਡੀ ਮੁਸੀਬਤ ਜਿਹੜੀ ਹੈ ਜੀ ਬਣਨੀ ਹੈ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ, ਗੱਠਜੋੜ ਦੇ ਵਿਚਾਲੇ। ਹੁਣ ਇਹ ਰੜਕਣ ਲੱਗ ਗਿਆ ਜੀ ਕੰਮ। ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਜੀ, ਇਹਦੇ ਵਿੱਚ ਤਰੇੜਾਂ ਏਡੀ ਨਹੀਂ ਪਈਆਂ ਜਿੰਨੀਆਂ ਇਸ ਵੇਲੇ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋ ਗਈਆਂ। ਬੀਜੇਪੀ ਸਮਝਦੀ ਆ ਕਿ ਹਰਿਆਣੇ ਦੇ ਵਿੱਚ ਬਦਲੇ ਹੋਏ ਹਾਲਾਤਾਂ ਦੇ ਵਿੱਚ ਉੱਥੇ ਉਹ ਸਰਕਾਰ ਬਣਾਉਣ ਦੇ ਵਾਸਤੇ ਪਰ ਤੋੜ ਰਹੀ ਹੈ, ਜਦੋਂ ਕਿ ਅਕਾਲੀ ਦਲ ਜਿਹੜਾ ਜੀ ਉਹਦੇ ਉੱਤੇ ਔਖੀ ਬੀਜੇਪੀ ਇਸ ਗੱਲੋਂ ਆ ਕਿ 2 ਸੀਟਾਂ ਝੂੰਗੇ ਚੋਂ ਉਹਨੂੰ ਜਿੱਤੀਆਂ ਨੇ ਇਨੈਲੋ ਨੇ, ਇੰਡੀਅਨ ਨੈਸ਼ਨਲ ਲੋਕ ਦਲ ਨੇ, ਜਦੋਂ ਕਿ ਉਹ 40 ਸੀਟਾਂ ਦੇ ਕਰੀਬ ਆਪਣੇ ਜਿਹੜੇ ਵਰਕਰ ਤੇ ਨੇਤਾ ਜਿਹੜੇ ਨੇ ਉਹ ਬਿਠਾ ਕੇ ਬੈਠੀ ਹੋਈ ਆ ਪ੍ਰਚਾਰ ਕਰਨ ਦੇ ਵਾਸਤੇ। ਜਿਹੜੀ ਇਹ ਤੋਂ ਵੱਧ ਜਿਹੜੀ ਰੜਕ ਰਹੀ ਆ ਭਾਰਤੀ ਜਨਤਾ ਪਾਰਟੀ ਨੂੰ ਚੀਜ਼ ਉਹ ਇਹ ਆ ਕਿ ਪੰਜਾਬ ਪੁਲਿਸ ਤੇ ਸਿਵਲ ਆਫੀਸਰ ਜਿਹੜੇ ਨੇ ਉਹ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਆਪਣੀ ਭੂਮਿਕਾ ਜਿਹੜੀ ਹੈ ਜੀ ਉਹ ਆਪਣੇ ਆਕਿਆਂ ਦੇ ਕਹਿਣ ਦੇ ਉੱਤੇ ਨਿਭਾ ਰਹੇ ਨੇ। ਭਾਵੇਂ ਜਿਹੜੀ ਲੀਡਰਸ਼ਿਪ ਹੈ ਅਕਾਲੀਆਂ ਦੀ ਉਹਨਾਂ ਦੇ ਵੱਲੋਂ ਇਹਨਾਂ ਪੁਲਿਸ ਵਾਲਿਆਂ ਨੂੰ ਤੇ ਸਿਵਲ ਅਧਿਕਾਰੀ ਜਿਹੜੇ ਨੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਵੱਖ-ਵੱਖ 40 ਸੀਟਾਂ ਦੇ ਉੱਤੇ ਤਕਰੀਬਨ ਜਿਹੜੀਆਂ ਉਹ ਲਾਈਆਂ ਹੋਈਆਂ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਡਾਢੀ ਔਖੀ ਹੈ ਇਸ ਗੱਲ ਨੂੰ ਲੈ ਕੇ। ਹੁਣ ਇਹ ਪਤਾ ਲੱਗਾ ਕਿ ਪਾਰਟੀ ਦੇ ਸੀਨੀਅਰ ਆਗੂ ਸ਼ਾਂਤਾ ਜਿਨ੍ਹਾਂ ਨੇ ਅਸਲ ਦੇ ਵਿੱਚ ਜਦੋਂ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ ਮਾਮਲਾ ਆਇਆ ਸੀਗਾ ਸਾਹਮਣੇ, ਸ਼ਾਂਤਾ ਕੁਮਾਰ ਨੇ ਆ ਕੇ ਦਬਕਾ ਮਾਰਿਆ ਸੀਗਾ ਪੰਜਾਬ ਦੇ ਵਿੱਚ ਵੀ ਚੁੱਪ ਕਰਕੇ ਬਹਿ ਜਾਓ, ਜ਼ਿਆਦਾ ਰੌਲਾ ਪਾਉਣ ਦੀ ਇਹਦੀ ਜ਼ਰੂਰਤ ਨਹੀਂ ਆ। ਉਸ ਤੋਂ ਬਾਅਦ ਅਕਾਲੀ ਦਲ ਵਾਲੇ ਨਹੀਂ ਸਨ ਬੋਲੇ। ਹੁਣ ਫੇਰ ਸ਼ਾਂਤਾ ਕੁਮਾਰ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਆ ਕਿ ਉਹ ਅਕਾਲੀ ਦਲ ਜਿਹੜਾ ਜੀ ਉਹਨੂੰ ਸਮਝਾਵੇ ਕਿ ਪੰਜਾਬ ਦੇ ਵਿੱਚ ਗੱਠਜੋੜ ਜਿਹੜਾ ਜੀ ਉਹ ਤੁਸੀਂ ਚਲਾਉਣਾ ਕਿ ਨਹੀਂ। ਦੇਖਦੇ ਆ ਜੀ ਕਿ ਇਹਦਾ ਅਸਰ ਜਿਹੜਾ ਅਕਾਲੀ ਦਲ ਦੇ ਉੱਤੇ ਕਿਹੋ ਜਿਹਾ ਪੈਂਦਾ, ਕਿਉਂਕਿ ਅਕਾਲੀ ਦਲ ਦੀ ਸਾਂਝ ਜਿਹੜੀ ਆ ਉਹ ਸੈਂਟਰ ਵਿਚਲੀ ਸਰਕਾਰ ਦੇ ਨਾਲ ਵੀ ਹੈ ਜੀ। ਹਾਲਾਂਕਿ ਜਿਹੜੇ MP ਨੇ ਅਕਾਲੀ ਦਲ ਦੇ ਉਹਦੀ ਬਹੁਤੀ ਲੋੜ ਤਾਂ ਹੈ ਨਹੀਂ ਕਿ ਬੀਜੇਪੀ ਨੂੰ, ਪਰ ਅਕਾਲੀ ਦਲ ਨੂੰ ਜਿਹੜੀ ਲੋੜ ਆ ਜਿਹੜੀ ਚੀਜ਼ ਦੀ ਉਹ ਹੈ ਹਰਸਿਮਰਤ ਕੌਰ ਹੋਰਾਂ ਦਾ ਜਿਹੜਾ ਮੰਤਰੀ ਰਹਿਣਾ। ਤੋ ਮੇਰਾ ਖਿਆਲ ਹੋ ਸਕਦਾ ਜੀ ਕਿ ਲਾਸਟ ਹਥਿਆਰ ਜਿਹੜਾ ਬੀਜੇਪੀ ਇਹ ਚਲਾਉਣ ਦੀ ਕੋਸ਼ਿਸ਼ ਕਰੇ ਵੀ ਬੀਬੇ ਨੂੰ ਵਾਪਸ ਬਠਿੰਡੇ ਬਣਾਉਣਾ ਜਾਂ ਉੱਥੇ ਰੱਖਣਾ ਜੀ। ਹਾਂ ਜੀ, ਇਹ ਵੀ ਹੋ ਸਕਦਾ ਹੈ ਜੀ, ਇਹ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਆ ਬੀਬੀ ਜੀ ਲਈ। ਤੇ ਅੱਗੇ ਗੱਲ ਕਰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਜਿਹੜੀ ਅਜੇ ਵੀ ਖਿੱਚੋਤਾਣ ਆ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਆ। ਇਹ ਤੀਜੇ ਦਿਨ ਵੀ ਜਿਹੜੀ ਗੋਲੀ ਹੈ ਨਾ ਉਹ ਚੱਲ ਰਹੀ ਹੈ ਜੀ। ਇਹ ਰੁਕਣ ਦਾ ਨਾਮ ਜਿਹੜਾ ਜੀ ਨਹੀਂ ਲੈ ਰਹੀ। ਇੱਕ ਲੜਕੀ ਦੀ ਜਿਹੜੀ ਹੈ ਜੀ ਉਹ ਮੌਤ ਵੀ ਹੋ ਗਈ ਇਸ ਗੋਲੀਬਾਰੀ ਦੇ ਵਿੱਚ। ਇੱਕ ਮੁਕਾਬਲਾ ਜਿਹੜਾ ਹੋਇਆ ਦੱਸਿਆ ਜਾਂਦਾ ਜੀ ਇੱਥੇ, ਉਹਦੇ 'ਚ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਕਮਾਂਡਰ ਜਿਹੜਾ ਜੀ ਉਹ ਵੀ ਮਾਰਿਆ ਗਿਆ। ਜਿਹੜੀ ਸਰਹੱਦ ਦੇ ਉੱਤੇ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਜਿਹੜੀ ਹੈ ਜੀ ਉਹ ਹੋ ਰਹੀ ਹੈ। ਜੰਮੂ ਕਸ਼ਮੀਰ ਦੇ ਪੁੰਛ ਖੇਤਰ ਦੇ ਵਿੱਚ ਕੰਟਰੋਲ ਰੇਖਾ ਦੇ ਉੱਤੇ ਸਰਹੱਦੀ ਚੌਂਕੀਆਂ ਨੂੰ ਨਿਸ਼ਾਨਾ ਜਿਹੜਾ ਜੀ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਬਣਾਇਆ ਗਿਆ। ਇੱਧਰੋਂ ਭਾਰਤ ਦੇ ਵੱਲੋਂ ਵੀ ਜਿਹੜਾ ਜੀ ਗੋਲੀਬਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਇਹ ਗੋਲੀਬਾਰੀ ਜਿਹੜੀ ਹੈ ਜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਪਹਿਲਾਂ ਵੀ ਇਹ ਜਿਹੜੀ ਗੋਲੀਬਾਰੀ ਚੱਲਦੀ ਰਹੀ ਹੈ, ਪਰ ਕੁਝ ਸਮਾਂ ਪਹਿਲਾਂ ਜਦੋਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਸੀ ਸਰਹੱਦੀ ਖੇਤਰ ਦੇ ਤਾਇਨਾਤ ਆਫੀਸਰ ਉਹਨਾਂ ਦੇ ਵੱਲੋਂ ਕੀਤੀ ਗਈ ਸੀ, ਉਸ ਤੋਂ ਬਾਅਦ ਇਹ ਗੋਲੀਬਾਰੀ ਜਿਹੜੀ ਰੁਕੀ ਸੀਗੀ। ਪਰ ਹੁਣ ਦੁਬਾਰਾ ਫੇਰ ਨਿਰੰਤਰ ਜਿਹੜੀ ਹੈ ਜੀ ਉਹ ਜਾਰੀ ਹੈ। ਔਰ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਅਜੇ ਵੀ ਜਿਹੜਾ ਜੀ ਹੜ੍ਹਾਂ ਮਾਰੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਬਣਾਉਣ ਦੀ ਮੁੜ ਕੇ ਜਿਹੜੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਇਹ ਗੋਲੀਬਾਰੀ ਜਿਹੜੀ ਹੈ ਜੀ ਉਹਨਾਂ ਦੇ ਵਾਸਤੇ ਇੱਕ ਵੱਡੀ ਮੁਸੀਬਤ ਸਰਹੱਦੀ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਦੇ ਉੱਤੇ ਬਣਦੀ ਜਾ ਰਹੀ ਹੈ ਜੀ। ਜਿਸ ਤਰ੍ਹਾਂ ਗੈਂਗਸਟਰ ਬੱਬਾ ਦੀ ਮੌਤ ਹੋ ਗਈ ਸੀ ਤਾਂ ਉਸ ਦੀ ਜਿਹੜੀ ਛਾਣਬੀਣ ਚੱਲ ਰਹੀ ਸੀ ਉਸ ਦਾ ਕੀ ਬਣਿਆ?
ਜੀ ਇਹਨੂੰ ਅਣਪਛਾਤੇ ਲੋਕਾਂ ਨੇ ਇੱਕ ਵਿਆਹ ਤੋਂ ਬਾਅਦ ਜਿਹੜਾ ਜੀ ਵਿਆਹ ਦੇ ਪਾਰਟੀ ਦੇ ਵਿੱਚੋਂ ਇਹਦੇ ਭਾਂਜੇ ਦਾ ਵਿਆਹ ਸੀਗਾ ਔਰ ਰਾਤ ਨੂੰ 1 ਵਜੇ ਜਦੋਂ ਇਹ ਪਾਰਟੀ ਤੋਂ ਨਿਕਲ ਰਿਹਾ ਸੀ ਬਾਹਰ ਗੱਡੀ 'ਚ ਬਹਿ ਰਿਹਾ ਸੀਗਾ ਤੇ ਨੇੜਿਓਂ ਗੋਲੀਆਂ ਮਾਰ ਕੇ ਇਹਨੂੰ ਜਿਹੜਾ ਸੀਗਾ ਉਹ ਮਾਰ ਦਿੱਤਾ ਗਿਆ ਸੀਗਾ ਜੀ। ਪੁਲਿਸ ਦੇ ਹੱਥ ਪੱਲੇ ਕੁਝ ਨਹੀਂ ਲੱਗ ਰਿਹਾ ਜੀ ਕਿ ਇਹਨੂੰ ਸੰਜੀਵ ਕੁਮਾਰ ਉਰਫ ਬੱਬਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਬੜਾ ਨੋਨ ਸੀਗਾ ਜੀ ਗੈਂਗਸਟਰ, ਕਿ ਉਹਨੂੰ ਕੌਣ ਮਾਰ ਗਿਆ। ਪੁਲਿਸ ਦੀ ਜਿਹੜੀ ਟੇਕ ਉਸ ਰਾਤ ਬੱਬੇ ਦੇ ਭਾਂਜੇ ਦੇ ਵਿਆਹ ਦੀ ਜਿਹੜੀ ਵੀਡੀਓ ਫਿਲਮ ਹੈ ਉਹਦੇ ਉੱਤੇ ਲੱਗੀ ਹੋਈ ਹੈ ਜੀ। ਵੀਡੀਓ ਫਿਲਮ ਦੀ ਬੜੇ ਨੇੜੇ ਤੋਂ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਿਨ ਸਮਾਗਮ ਦੇ ਵਿੱਚ ਕਿਹੜੇ ਅਣਪਛਾਤੇ ਲੋਕ ਜਿਹੜੇ ਉਹ ਸ਼ਾਮਲ ਹੋਏ ਸਨ ਜੀ। ਇਹ ਵੀ ਪਤਾ ਲੱਗਾ ਜੀ ਕਿ ਬੱਬੇ ਦੇ ਨਾਲ ਜਿਹੜੇ ਝੜਪ ਚੁੱਕੇ ਵਿਅਕਤੀ ਨੇ ਉਹਨਾਂ ਨੂੰ ਪੁੱਛਗਿੱਛ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਬਾਕਸਰ ਗਰੁੱਪ ਵੀ ਬੜਾ ਸਰਗਰਮ ਹੈ ਅੰਮ੍ਰਿਤਸਰ ਦੇ ਵਿੱਚ, ਜਿਹਦੀ ਬੱਬੇ ਦੇ ਗਰੁੱਪ ਦੇ ਨਾਲ ਜਿਹੜੀ ਇਹਦੀ ਲੱਗਦਾ ਤਾਂ ਮੈਂ ਦੱਸਦਾ ਕਿ ਸੰਜੀਵ ਕੁਮਾਰ ਬੱਬਾ ਇਹ ਜੇਲ੍ਹ ਦੇ ਵਿੱਚ ਸੀਗਾ ਔਰ ਇਸ ਵਿਆਹ ਦੇ ਕਰਕੇ ਉਹ ਛੁੱਟੀ ਦੇ ਉੱਤੇ ਜਿਹੜਾ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਆਇਆ ਸੀਗਾ, ਜਿੱਥੇ ਗੋਲੀ ਮਾਰ ਕੇ ਉਹਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ। ਪੁਲਿਸ ਦੇ ਪੱਲੇ ਅਜੇ ਕੁਝ ਵੀ ਪੈ ਨਹੀਂ ਰਿਹਾ ਜੀ। ਉਹ ਜਿਹੜੇ ਕਈਆਂ ਲੋਕਾਂ ਨੂੰ ਉਹ ਰਾਉਂਡ ਅਪ ਕਰੀ ਫਿਰਦੀ ਹੈ, ਪਰ ਪੁੱਛਗਿੱਛ ਤੋਂ ਬਾਅਦ ਕਾਫੀ ਲੋਕਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਕਿਉਂਕਿ ਉਹਦੇ ਹੱਥ ਕੁਝ ਲੱਗਿਆ ਨਹੀਂ ਹੈ ਜੀ। ਤੇ ਅੱਗੇ ਗੱਲ ਕਰੀਏ ਜੀ, ਫਰੀਦਕੋਟ ਦੇ ਵਿੱਚ ਜਿਹੜੀ ਪੁਲਿਸ ਹੈਗੀ ਆ ਉਹਦਾ ਅਜੇ ਵੀ ਜਿਹੜਾ ਜੋਰਾ ਜਰਬੀ ਬੜਾ ਕੁਝ ਕਰ ਰਹੀ ਆ। ਫਰੀਦਕੋਟ ਦੇ ਵਿੱਚ ਜਿਹੜੇ ਗਾਇਬ ਹੋਏ ਲੋਕ ਨੇ ਜੀ, ਉੱਥੇ ਇੱਕ ਜਿਹੜਾ ਵਿਅਕਤੀ ATM ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਫਿਲ ਕਰਦਾ ਸੀਗਾ ਪੈਸੇ, ਮਨੋਜ, ਉਹਦੇ ਵਾਸਤੇ ਉਹਦੀ ਭੈਣ ਜਿਹੜੀ ਉਹਦੀ ਉਹ ਲੜਾਈ ਲੜ ਰਹੀ ਹੈ, ਨੀਤੂ ਕਪੂਰ। ਉਹਦੇ ਪਹਿਲਾਂ ਵੀ ਜਿਹੜਾ ਸੀਗਾ ਜੀ ਥਾਣੇ ਦੇ ਬਾਹਰ ਜਿਹੜਾ ਧਰਨਾ ਲਾਇਆ ਹੋਇਆ ਸੀਗਾ। ਹੁਣ ਥਾਣੇ ਦੇ ਬਾਹਰ ਉਹਦਾ ਧਰਨਾ ਚੁਕਾਉਣ ਦੇ ਵਾਸਤੇ ਕਦੀ ਉੱਤੇ ਟਰੱਕ ਖੜੇ ਕਰ ਦਿੱਤੇ ਜਾਂਦੇ ਨੇ, ਕਦੇ ਉੱਤੇ ਕੰਡੇ ਵਾਲੀ ਤਾਰ ਜਿਹੜੀ ਹੈ ਉਹ ਲਾ ਦਿੱਤੀ ਜਾਂਦੀ ਹੈ। ਜਿਹੜੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਹੈ ਉਹਨੂੰ ਤੰਗ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਐਕਸ਼ਨ ਕਮੇਟੀ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢਿਆ। ਉਹਨਾਂ ਨੇ ਪੁਤਲੇ ਜਿਹੜੇ ਸੀ ਉਹ ਸਾੜਨ ਦੀ ਕੋਸ਼ਿਸ਼ ਕੀਤੀ। ਇਹ ਪੁਤਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸੀਗੇ ਜੀ। ਲੋਕ ਜਿਹੜੇ ਸੀਗੇ ਉਹ ਪੁਤਲੇ ਰੱਖ ਕੇ ਅੱਗ ਲਾਉਣ ਵਾਲੇ ਸੀਗੇ ਕਿ ਜਿਹੜੀ ਪੁਲਿਸ ਸੀ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਈ। ਉਹਨਾਂ ਨੇ ਪੁਤਲੇ ਜਿਹੜੇ ਸੀਗੇ ਇਹ ਖੋਲੇ। ਇਹਦੇ ਵਿੱਚ ਜਿਹੜੇ ਜੀ ਐਕਸ਼ਨ ਕਮੇਟੀ ਦੇ ਕੁਝ ਇੱਕ ਜਿਹੜੇ ਮੈਂਬਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਸੱਟਾਂ ਵੀ ਜਿਹੜੀਆਂ ਨੇ ਉਹ ਲੱਗੀਆਂ ਨੇ। ਜਿਹੜੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਆ ਉਹਦਾ ਇਹ ਕਹਿਣਾ ਹੈ ਕਿ ਸਾਨੂੰ ਦੇਸ਼ ਨਿਕਾਲਾ ਹੀ ਦੇ ਦਿਓ, ਇਹੀ ਬਾਕੀ ਰਹਿ ਗਿਆ। ਜੇ ਇੱਥੋਂ ਬੱਚੇ ਜਿਹੜੇ ਉਹ ਗਾਇਬ ਹੋ ਰਹੇ ਨੇ, ਅਸੀਂ ਵਿਰੋਧ ਕਰਦੇ ਹਾਂ ਤੇ ਸਰਕਾਰ ਜਿਹੜੀ ਆ ਉਹ ਸਾਡੇ ਤੋਂ ਵਿਰੋਧ ਕਰਨ ਦਾ ਹੱਕ ਵੀ ਜਿਹੜਾ ਉਹ ਖੋਹ ਰਹੀ ਆ। ਪੁਲਿਸ ਜਿਹੜੀ ਆ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਵੀ ਨਹੀਂ ਕਰਨ ਦੇ ਰਹੀ। ਉਹਨਾਂ ਨੇ ਕਿਹਾ ਕਿ ਇਹੋ ਹੀ ਚੀਜ਼ ਬਾਕੀ ਰਹਿ ਗਈ ਆ ਕਿ ਸਾਨੂੰ ਫਰੀਦਕੋਟ ਦੇ ਵਿੱਚੋਂ ਕੱਢ ਦਿਓ, ਪੰਜਾਬ ਦੇ ਵਿੱਚੋਂ ਸਾਨੂੰ ਕੱਢ ਦਿਓ ਜਾਂ ਮੁਲਕ 'ਚੋਂ ਸਾਨੂੰ ਕਢਾ ਦਿਓ, ਅਸੀਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਜਿਹੜੀ ਆ ਉਹ ਪਨਾਹ ਲੈ ਲਾਂਗੇ, ਕਿਉਂਕਿ ਇੱਥੇ ਤਾਂ ਜਿਹੜਾ ਜੀ ਇਹ ਵੀ ਹੱਕ ਹੋਇਆ ਜਾ ਰਿਹਾ ਕਿ ਕੋਈ ਰੋਸ ਮਾਰਚ ਵੀ ਨਹੀਂ ਕਰ ਸਕਦਾ। ਜੀ ਬਿਲਕੁਲ, ਇਹ ਤਾਂ ਬਹੁਤ ਧੱਕਾ ਆ। ਉਹ ਤਾਂ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਪਤਾ ਆ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਵਰਨ ਸਿੰਘ ਦਾ ਸਵਾਗਤ ਕਰਨ ਲਈ ਕੋਈ ਵੀ ਪ੍ਰਸ਼ਾਸਨਿਕ ਬੰਦਾ ਨਹੀਂ ਪਹੁੰਚਾ। ਇਹ ਬਦਕਿਸਮਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ। ਇੱਕ ਇੱਥੇ ਲੜਕੀ ਹੈ ਜੀ ਜਿਹੜੀ ਪਟਿਆਲੇ ਦੇ ਵਿੱਚ ਖੇਡਦੀ ਫੈਂਸਿੰਗ ਉਹ ਕਰਦੀ ਹੈ ਜੀ, ਤਲਵਾਰਬਾਜ਼ੀ ਜਿਹੜੀ। ਕੁਝ ਸਮਾਂ ਪਹਿਲਾਂ ਏਸ਼ੀਅਨ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੇਰੀ ਉਹਦੇ ਨਾਲ ਮੁਲਾਕਾਤ ਹੋਈ ਸੀ ਜੀ। ਉਹਨੇ ਕਿਹਾ ਸੀਗਾ ਕਿ ਮੈਨੂੰ ਐਕਚੁਅਲੀ ਸਾਡੀ ਜਿਹੜੀ ਗੇਮ ਹੈ ਉਹ ਜਿਹੜੀ ਸਪੋਰਟਸ ਅਥਾਰਟੀ ਆਫ ਇੰਡੀਆ ਉਹਨੇ ਬਾਹਰ ਕੱਢ ਦਿੱਤੀ ਆ, ਅਸੀਂ ਏਸ਼ੀਅਨ ਖੇਡਾਂ 'ਚ ਖੇਡਣ ਨਹੀਂ ਜਾ ਸਕਦੇ। ਇਹ ਬੱਚੀ ਜਿਹੜੀ ਹੈ ਜੀ ਇਹ 3 ਵਾਰੀ ਗੋਲਡ ਮੈਡਲਿਸਟ ਹੈ ਭਾਰਤ ਦੇ ਵਿੱਚੋਂ ਨੈਸ਼ਨਲ ਲੈਵਲ ਦੀ। ਔਰ ਉਹਨੂੰ ਇਹ ਕਹਿਣਾ ਸੀਗਾ ਕਿ ਜੇ ਉਹਨੂੰ ਤਕਰੀਬਨ 2 ਲੱਖ ਰੁਪਈਆ ਜਿਹੜਾ ਜੀ ਉਹ ਮਿਲ ਜਾਂਦਾ ਤਾਂ ਉਹ ਏਸ਼ੀਅਨ ਖੇਡਾਂ ਦੇ ਵਿੱਚ ਜਾ ਸਕਦੀ ਆ ਆਪਣੇ ਖਰਚੇ ਦੇ ਸਿਰ ਤੇ। ਔਰ ਮੈਂ ਉਹਨੂੰ ਇਹ ਪ੍ਰੋਮਿਸ ਕੀਤਾ ਸੀਗਾ ਜੀ ਬੇਟਾ ਜੇ ਤੂੰ ਮੈਡਲ ਜਿੱਤਣ ਲੱਗਦਾ ਕਿ ਤੂੰ ਜਿੱਤ ਸਕਦੀ ਆ ਤੇ ਅਸੀਂ ਤੇਰੀ ਸਪੋਰਟ ਜਿਹੜੀ ਆ ਜੀ ਜ਼ਰੂਰ ਕਰਾਂਗੇ। ਉਹਦੇ ਨਾਲ ਵਾਅਦਾ ਕੀਤਾ ਸੀਗਾ ਇਹ ਤੋਂ ਪਹਿਲਾਂ ਕਿ ਇਹ ਸੱਦਾ ਵੀ ਦੇਣਾ ਸੀਗਾ ਉਦੋਂ ਕਿ ਆਪਾਂ ਰਲ ਮਿਲ ਕੇ ਉਸ ਬੱਚੀ ਦੀ ਸਪੋਰਟ ਜਿਹੜੀ ਆ ਜੀ ਉਹ ਕਰੀਏ। ਪਰ ਉਦੋਂ ਬਾਅਦ ਉਹਦਾ ਇਹ ਮੈਸੇਜ ਆ ਗਿਆ ਜੀ ਕਿ ਜਿਹੜਾ ਹੁਣ ਲੈਟਰ ਅਗਲਾ ਇਹ ਆ ਗਿਆ ਕਿ ਤੁਸੀਂ ਆਪਣੇ ਖਰਚੇ ਦੇ ਉੱਤੇ ਵੀ ਨਹੀਂ ਜਾ ਸਕਦੇ ਬਾਹਰ ਜਿਹੜਾ ਜੀ ਏਸ਼ੀਅਨ ਖੇਡਾਂ ਦੇ ਵਿੱਚ। ਜੇ ਉਹ ਮੈਡਲ ਉਹਨੇ ਲਿਆਉਣ ਦੇ ਚਾਂਸਸ ਪੂਰੇ ਸੀ ਲੈ ਆਉਂਦੀ ਤੇ ਫਿਰ ਇੱਥੇ ਸਵਾਗਤ ਕਰਨ ਵਾਲਾ ਜਿਹੜਾ ਤਾਂਤਾ ਸੀਗਾ ਉਹ ਲੱਗ ਜਾਣਾ ਸੀਗਾ। ਹੁਣ ਜਿਹੜਾ ਜੀ ਇੱਥੇ ਜਿਹੜਾ ਜਿੱਤ ਕੇ ਆਏ ਨੇ ਉਹਨਾਂ ਦਾ ਵੀ ਹਸ਼ਰ ਤੁਸੀਂ ਸੋਚ ਸਕਦੇ ਹੋ। ਜਿਹੜੀ ਹਾਕੀ ਦੀ ਟੀਮ ਜਿੱਤੀ ਆ
ਪ੍ਰਗਟ ਸਿੰਘ ਹੋਰਾਂ ਦਾ ਬਿਆਨ ਮੈਂ ਪੜ੍ਹ ਰਿਹਾ ਸੀਗਾ। ਉਹ ਕਹਿੰਦੇ ਜੋ ਬਣਦੀ ਸਰਦੀ ਮਦਦ ਆ ਅਸੀਂ ਖਿਡਾਰੀਆਂ ਦੀ ਜਿਹੜੀ ਕਰਾਂਗੇ, ਜਿਹੜੇ ਹਾਕੀ ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਨੇ। ਬਣਦੀ ਸਰਦੀ ਤੋਂ ਭਾਵ ਇਹ ਕਿ ਨਾ ਸਾਡੇ ਕੁਝ ਬਣਦਾ ਨਾ ਸਰਦਾ ਹੈ, ਇਸ ਕਰਕੇ ਅਸੀਂ ਕੁਝ ਨਹੀਂ ਦੇ ਸਕਦੇ। ਜਿਹੜੀ ਕਬੱਡੀ ਦੀ ਟੀਮ ਜਿੱਤੀ ਆ ਉਹਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਖਿਡਾਰੀ ਨੇ। ਦੇਣ ਲੈਣ ਨੂੰ ਸਰਕਾਰ ਦੇ ਕੋਲੇ ਕੁਝ ਨਹੀਂ ਹੈਗਾ, ਉਹ ਤਾਂ ਪਹਿਲਾਂ ਹੀ ਦੇਣਦਾਰੀਆਂ ਵਾਲੇ ਚੈੱਕ ਜਿਹੜੇ ਉਹ ਰੋਕ ਕੇ ਬੈਠੀ ਆ। ਜਿਹੜੇ ਕਿਸ਼ਤੀ ਦੇ ਮੁਕਾਬਲੇ ਦੇ ਵਿੱਚ ਜੀ ਕਾਂਸੀ ਦਾ ਤਗਮਾ ਭਾਰਤੀ ਝੋਲੀ ਪਾਉਣ ਵਾਲਾ ਸਵਰਨ ਸਿੰਘ ਵਿਰਕ, ਜਿਹੜਾ ਕਿ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਰਹਿਣ ਵਾਲਾ ਹੈ, ਦਲੇਲ ਵਾਲਾ ਪਿੰਡ ਪੈਂਦਾ ਉੱਥੋਂ ਦਾ, ਉਹਨੂੰ ਲੈਣ ਦੇ ਵਾਸਤੇ ਪ੍ਰਸ਼ਾਸਨ ਨੂੰ ਕੋਈ ਚੇਤਾ ਹੀ ਨਾ ਆਇਆ ਕਿ ਮੁਲਕ ਦੇ ਵਾਸਤੇ ਇਹ ਮੁੰਡਾ ਜਿਹੜਾ ਜੀ ਆਪਣੀ ਇੰਡੀਵਿਜੂਅਲ ਖੇਡ ਦੇ ਸਿਰ ਦੇ ਉੱਤੇ ਇਹਨੇ ਜਿਹੜਾ ਇੱਕ ਦਾ ਤਗਮਾ ਜਿਹੜਾ ਜਿੱਤ ਕੇ ਦਿੱਤਾ। ਸੱਤਾਧਾਰੀ ਧਿਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕੋਈ ਜਿਹੜਾ ਸੀ ਇਸ ਮੁੰਡੇ ਨੂੰ ਲੈਣ ਨਹੀਂ ਆਇਆ, ਪਰ ਪਿੰਡ ਵਾਲੇ ਜਿਹੜੇ ਖੁਸ਼ੀ 'ਚ ਖੀਵੇ ਹੋਏ ਸੀਗੇ ਜੀ, ਉਹਨਾਂ ਨੇ ਮਾਨਸਾ ਰੇਲਵੇ ਸਟੇਸ਼ਨ ਤੋਂ ਇੱਕ ਵੱਡਾ ਜਿਹੜਾ ਜਲੂਸ ਦੀ ਸ਼ਕਲ ਦੇ ਵਿੱਚ ਉਹ ਆਪਣੇ ਪਿੰਡ ਇਹਨੂੰ ਦਲੇਲ ਵਾਲਾ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਗਏ ਨੇ ਜੀ। ਪਰ ਪ੍ਰਸ਼ਾਸਨ ਨੂੰ ਇਹ ਸੋਝੀ ਨਹੀਂ ਆਈ ਜੀ ਕਿ ਚਲੋ ਹੋਰ ਤਾਂ ਇਹਨਾਂ ਨੇ ਕੀ ਮਦਦ ਕਰਨੀ ਆ ਫਾਈਨੈਂਸ਼ਲੀ ਜਾਂ ਕਿਸੇ ਹੋਰ ਮਾਮਲੇ ਦੇ ਉੱਤੇ। ਜੇ ਕੋਈ ਮੈਡਲ ਜੇਤੀ ਆਇਆ ਤੇ ਉਹਦਾ ਕਮ ਸੇ ਕਮ ਸਵਾਗਤ ਹੀ ਜਿਹੜਾ ਕਰ ਲਿਆ ਜਾਵੇ। ਪਰ ਜਿਹੜੇ ਇਹਨਾਂ ਦੀ ਉਦਘਾਟਨ ਕਰਨ ਤੋਂ, ਨੀਂਹ ਪੱਥਰ ਲਾਉਣ ਤੋਂ ਬਿਨਾਂ ਸ਼ਾਇਦ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜਿਹੜੇ ਸਾਡੇ ਮੰਤਰੀ ਸ਼ੰਤਰੀ ਨੇ ਜੀ, ਉਹਨਾਂ ਨੂੰ ਹੋਰ ਕੁਝ ਚੇਤਾ ਨਹੀਂ ਆਉਂਦਾ ਇਹੋ ਜਿਹਾ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਹੁਣ ਆਪਾਂ ਗੱਲ ਕੀਤੀ ਸੀ ਕਿ ਰਾਵਣ ਦਾ ਪੁਤਲਾ ਆ ਜਿਹੜਾ ਉਹ ਫੂਕਿਆ ਜਾਂਦਾ ਹੈ ਥਾਂ ਥਾਂ ਤੇ ਭਾਰਤ ਦੇ ਵਿੱਚ, ਤੇ ਜੋ ਉਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਤੇ ਅਮਲ ਤੇ ਨਹੀਂ ਕੀਤਾ ਜਾਂਦਾ, ਪਰ ਫਿਰ ਵੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਰਾਵਣ ਦੀ ਉਹ ਪੂਜਾ ਵੀ ਕੀਤੀ ਜਾਂਦੀ ਆ। ਬਿਲਕੁਲ। ਦਸ਼ਹਰਾ ਐਕਚੁਅਲੀ ਸੰਸਕ੍ਰਿਤ ਦਾ ਵਰਡ ਹੈ ਜੀ, ਜਿੱਥੋਂ ਇਹ ਦੁਸਹਿਰਾ ਹੌਲੀ ਹੌਲੀ ਹੋ ਗਿਆ। 10 ਜਿਹੜੀਆਂ ਚੀਜ਼ਾਂ ਨੇ ਮਾੜੀਆਂ ਚੀਜ਼ਾਂ, ਉਹਨੂੰ ਮਾਰਨ ਵਾਲੀ ਗੱਲ, ਤਾਂ ਹੀ ਕਰਕੇ ਸਿੰਬਲ ਦੇ ਰੂਪ ਦੇ ਵਿੱਚ ਉਹਦੇ ਜਿਹੜੇ 10 ਸਿਰ ਨੇ ਨਾ ਜੀ ਉਹ ਦਿਖਾਏ ਜਾਂਦੇ ਨੇ ਕਿ 10 ਮਾੜੀਆਂ ਚੀਜ਼ਾਂ। ਪਰ ਹਾਲਾਤ ਇਹ ਬਣ ਗਏ ਜੀ, ਕੱਲ ਨਰਿੰਦਰ ਮੋਦੀ ਹੋਰੀ ਦਿੱਲੀ ਦੇ ਵਿੱਚ ਉਹਨਾਂ ਰਿਮੋਟ ਕੰਟਰੋਲ ਹੱਥ 'ਚ ਫੜਿਆ ਹੋਇਆ ਸੀਗਾ ਜੀ ਪੁਤਲਾ ਜਿਹੜਾ ਸਾੜਨ ਦੇ ਵਾਸਤੇ। ਹੁਣ ਤਾਂ ਰਿਮੋਟ ਕੰਟਰੋਲ ਦੇ ਨਾਲ ਪੁਤਲੇ ਜਿਹੜੇ ਨਾ ਉਹ ਸਾੜਨ ਲੱਗ ਗਏ। ਪਰ ਇੱਥੇ ਪੰਜਾਬ ਦੇ ਵਿੱਚ ਇੱਕ ਕਸਬਾ ਪੈਂਦਾ ਜੀ ਪਾਇਲ, ਲੁਧਿਆਣੇ ਦੇ ਨਜ਼ਦੀਕ ਹੈ। ਇਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦਾ ਜੱਦੀ ਪਿੰਡ ਆ। ਇੱਥੇ ਜਿਹੜਾ ਜੀ ਰਾਵਣ ਦੀ ਪੂਜਾ ਕੀਤੀ ਜਾਂਦੀ ਆ। 22 ਫੁੱਟ ਉੱਚਾ ਜਿਹੜਾ ਜੀ ਪੱਕਾ ਹੀ ਬੁੱਤ ਜਿਹੜਾ ਜੀ ਉਹ ਬਣਾਇਆ ਹੈ ਰਾਵਣ ਦਾ ਇਸ ਪਿੰਡ ਦੇ ਵਿੱਚ। 30 ਪਿੰਡ ਨੇ ਜਿਹੜੇ ਇਸ ਰਾਵਣ ਦੀ ਜਿਹੜੀ ਆ ਜੀ ਉਹ ਪੂਜਾ ਕਰਨ ਦੇ ਵਾਸਤੇ ਦੁਸ਼ਹਿਰੇ ਵਾਲੇ ਦਿਨ ਜਿਹੜੇ ਉਹ ਇਕੱਠੇ ਹੁੰਦੇ ਨੇ ਜੀ। ਇਹ ਕਿਹਾ ਜਾਂਦਾ ਕਿ ਬੇਅੰਤ ਸਿੰਘ ਦੇ ਪਰਿਵਾਰ ਦੇ ਵੱਲੋਂ ਇਹਦੇ ਵਿੱਚ ਸ਼ਮੂਲੀਅਤ ਪਹਿਲਾਂ ਕੀਤੀ ਜਾਂਦੀ ਸੀਗੀ ਜੀ, ਜਿੰਨੀ ਦੇਰ ਤੱਕ ਬੇਅੰਤ ਸਿੰਘ ਹੋਰੀ ਜੀਂਦੇ ਰਹੇ, ਔਰ ਇਹਦਾ ਰੱਖ ਰਖਾਵ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਲੈਂਦੇ ਰਹੇ। ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਜਿਹੜੀਆਂ ਨੇ ਨਾ ਉਹ ਇਸ ਪਿੰਡ ਦੇ ਵਿੱਚ ਲੱਗੇ 17 ਫੁੱਟ ਉੱਚੇ ਜਿਹੜਾ ਬੁੱਤ ਆ ਜੀ ਉਹਦੇ ਬਾਰੇ ਚੱਲਦੀਆਂ ਨੇ। ਇਹ ਕਿਹਾ ਜਾਂਦਾ ਕਿ ਕਿਸੇ ਟਾਈਮ ਕਿਸੇ ਨੇ ਇਹਨੂੰ ਤੜਵਾ ਦਿੱਤਾ ਸੀਗਾ 1970 ਦੇ ਵਿੱਚ। ਇਹ ਕਿ ਇਹਦੀ ਵਜ੍ਹਾ ਕਰਕੇ ਇੱਥੇ ਜਿਹੜੇ ਰਾਖਸ਼ ਨੇ ਨਾ ਜੀ ਉਹਨਾਂ ਨੇ ਬਸੇਰਾ ਕਰ ਲਿਆ। ਔਰ ਰਾਖਸ਼ ਰਾਵਣ ਤਾਂ ਨਹੀਂ ਸੀਗਾ ਜੀ, ਇਹ ਕਿਹਾ ਜਾਂਦਾ ਰਾਖਸ਼ ਤਾਂ ਜਿਹੜੇ ਸਮਾਜ ਦੇ ਵਿੱਚ ਕੁਝ ਭੇੜੀਏ ਤੁਰੇ ਫਿਰਦੇ ਨੇ ਉਹ ਨੇ ਜੀ। ਪਰ ਉਸ ਤੋਂ ਬਾਅਦ ਨਾਲ ਦੀ ਨਾਲ ਦੰਦ ਕਥਾ ਇਹ ਵੀ ਚੱਲਦੀ ਹੈ ਕਿ ਉਹਨਾਂ ਦਾ ਨੁਕਸਾਨ ਜਿਹੜਾ ਸੀ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਫੇਰ ਜਿਹੜਾ ਜੀ ਰਾਵਣ ਦਾ ਬੁੱਤ ਜਿਹੜਾ ਸੀ ਉੱਥੇ ਬਣਾ ਦਿੱਤਾ। ਪਟਿਆਲੇ ਦੇ ਵਿੱਚ ਰਹਿੰਦਾ ਜੀ ਇੱਕ ਦੂਬੇ ਪਰਿਵਾਰ, ਉਹਦੀ 5ਵੀਂ ਪੀੜ੍ਹੀ ਆ। ਉਹ ਇਹ ਦੱਸਦੇ ਨੇ ਕਿ ਐਕਚੁਅਲੀ ਉਹਨਾਂ ਦੇ ਕੋਈ ਬਜ਼ੁਰਗ ਸੀਗਾ 5 ਪੀੜ੍ਹੀਆਂ ਪਹਿਲਾਂ, ਹਕੀਮ ਬੀਰਬਲ ਦਾਸ। ਉਹਦੇ ਔਲਾਦ ਨਹੀਂ ਸੀ ਹੁੰਦੀ, ਔਰ ਉਹਨੇ ਜਿਹੜਾ ਸੀਗਾ ਇਹ ਰਾਵਣ ਦਾ ਬੁੱਤ ਜਿਹੜਾ ਜੀ ਉਹ ਬਣਾਇਆ, ਔਰ ਉਹਦੇ ਬਾਅਦ ਦੇ ਵਿੱਚ ਔਲਾਦ ਜਿਹੜੀ ਸੀ ਉਹ ਹੋਈ। ਰੀਜ਼ਨ ਤਾਂ ਕੋਈ ਹੋਰ ਹੋਊਗਾ, ਪਰ ਇਹ ਉਦੋਂ ਦੀ ਪ੍ਰਥਾ ਜਿਹੜੀ ਜੀ ਚੱਲ ਪਈ ਰਾਵਣ ਨੂੰ ਪੂਜਣ ਦੀ। ਸੋ ਕਿਸੇ ਹੋਰ ਜਗ੍ਹਾ ਦੀ ਗੱਲ ਨਹੀਂ ਜੀ, ਪੰਜਾਬ ਦੇ ਸੂਬੇ ਦੇ ਵਿੱਚ ਪਾਇਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਹੁੰਦਾ, ਜਿੱਥੇ ਕਿ ਬੀਤੇ ਕਈ ਦਹਾਕਿਆਂ ਤੋਂ ਜਿਹੜੀ ਆ ਜੀ ਰਾਵਣ ਦੀ ਪੂਜਾ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ। ਔਰ ਹੁਣ ਇਹ ਜਿਹੜੀ ਜੀ ਤਕਰੀਬਨ 30 ਪਿੰਡਾਂ ਦੇ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ। ਇੱਥੇ ਰਾਵਣ ਨੂੰ ਅੱਗ ਨਹੀਂ ਲਾਈ ਜਾਂਦੀ ਜੀ। ਜੀ ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ, ਪਰ ਅਜੇ ਵੀ ਜਦੋਂ ਖਬਰਾਂ ਅਸੀਂ ਭਾਰਤ ਦੀਆਂ ਦੇਖਦੇ ਹਾਂ ਥਾਂ ਥਾਂ ਦੇ ਉੱਤੇ ਜਿਵੇਂ ਲੜਕੀਆਂ ਦੇ ਨਾਲ ਬੜੀ ਬਦਸਲੂਕੀ ਕੀਤੀ ਜਾਂਦੀ ਆ, ਪਰ ਜਿੰਦੇ ਰਾਵਣ ਤੁਰੇ ਫਿਰਦੇ, ਇਹਨਾਂ ਦਾ ਕੀ ਕੀਤਾ ਜਾਊਗਾ? ਇੱਕ ਨਾ ਜੀ ਪੁਰਾਣੀ ਚੌਥੀ ਪੰਜਵੀਂ ਦੇ ਵਿੱਚ ਕਹਾਣੀ ਹੁੰਦੀ ਸੀ ਬੜੀ ਥੋੜੀ ਜਿਹੀ, ਉਹ ਥੋੜੀ ਫਨੀ ਸੀ ਵੀ। ਇੱਕ ਬਹੁਤ ਮੋਟਾ ਜਿਹਾ ਬੰਦਾ ਜਿਹੜਾ ਸੀਗਾ ਨਾ ਉਹ ਹਾਥੀ ਦੇ ਉੱਤੇ ਚੜਿਆ ਜਾਂਦਾ ਸੀਗਾ, ਤੇ ਜਿਹੜੇ ਕਹਿੰਦਾ ਕਿ ਪਿੰਡ ਦੇ ਜਿਹੜੇ ਮੁੰਡੇ ਸੀਗੇ ਉਹਨੂੰ ਵੇਖ ਕੇ ਛੋਟੇ ਹੱਸਣ ਲੱਗੇ। ਉਹਨੇ ਕਿਹਾ ਵੀ ਹੱਸਦੇ ਕਿਉਂ, ਕਦੀ ਹਾਥੀ ਦੇ ਉੱਤੇ ਜਿਹੜਾ ਜੀ ਬੰਦਾ ਜਿਹੜਾ ਨਹੀਂ ਦੇਖਿਆ? ਉਹ ਬੱਚਾ ਇੱਕ ਜਿਹੜਾ ਸੀਗਾ ਕਹਿੰਦਾ ਜੀ ਦੇਖਿਆ, ਪਰ ਹਾਥੀ ਦੇ ਉੱਤੇ ਹਾਥੀ ਚੜਿਆ ਤਾਂ ਘੱਟ ਦੇਖਿਆ ਨਾ। ਜਦੋਂ ਰਾਵਣ ਨੂੰ ਰਾਵਣ ਜਿਹੜੇ ਨੇ ਉਹ ਫੂਕਦੇ ਨੇ
ਫਿਰ ਅਜੀਬ ਗੱਲ ਤਾਂ ਜਿਹੜੀ ਆ ਉਹ ਲੱਗਦੀ ਹੈ ਜੀ, ਉਹਨੂੰ ਰਾਵਣ ਹੀ ਫੂਕ ਰਹੇ ਨੇ ਇਸ ਵੇਲੇ। ਜੀ ਜੀ ਬਿਲਕੁਲ। ਤੇ ਜੀ ਮੇਰਾ ਆਖਰੀ ਸਵਾਲ ਹੋਊਗਾ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਦੀ ਮੁਹਿੰਮ ਚਲਾਈ ਆ, ਕੀ ਉਹ ਅਖਬਾਰਾਂ ਤੱਕ ਹੀ ਰਹਿ ਗਈ ਆ, ਪਰ ਦੇਖਣ ਨੂੰ ਮਿਲਦਾ ਕਿ ਕਈ ਜਗ੍ਹਾ ਤੇ ਜਿਹੜੇ ਕੂੜੇ ਦੇ ਢੇਰ ਆ ਜਾਂ ਸਕੂਲ ਦੇ ਲਾਗੇ ਆ ਜਾਂ ਕਿਸੇ ਜਗ੍ਹਾ ਦੇ ਲਾਗੇ ਬਹੁਤ ਵੱਡੇ ਵੱਡੇ ਲਾ ਦਿੱਤੇ ਗਏ ਆ? ਦੇਖੋ ਇਹਦੇ ਵਾਸਤੇ ਜਿਹੜੀ ਚੁਟਕਲੇਬਾਜ਼ੀ ਹੈ ਨਾ ਜੀ, ਉਹ ਬਹੁਤ ਫੇਮਸ ਹੋ ਰਹੀ ਹੈ ਜੀ ਇੱਥੇ ਭਾਰਤ ਦੇ ਵਿੱਚ। ਸਵੱਛ ਭਾਰਤ ਨੂੰ ਲੈ ਕੇ ਇੱਕ ਚੁਟਕਲਾ ਬੜਾ ਫੇਮਸ ਹੋਇਆ ਕਿ ਆਪਣੀਆਂ ਘਰ ਵਾਲੀਆਂ ਤੋਂ ਡਰਦੇ ਜਿਹੜੇ ਲੋਕ ਨੇ, ਜੇ ਘਰ ਦੀ ਸਫਾਈ ਕਰਦੇ ਆ ਤੇ ਉਹਨੂੰ ਸਵੱਛ ਭਾਰਤ ਅਭਿਆਨ ਦੇ ਵਿੱਚ ਜਿਹੜਾ ਨਹੀਂ ਗਿਣਿਆ ਜਾਊਗਾ। ਇੱਕ ਜਿਹੜਾ ਚੁਟਕਲਾ ਹੋਰ ਬਹੁਤ ਫੇਮਸ ਹੋਇਆ ਕਿ ਅੱਜ ਜਿਹੜੀ ਉਹ ਬੰਦਾ ਕਹਿੰਦਾ ਜੀ ਮੇਰੀ ਪਤਨੀ ਜਿਹੜੀ ਹੈ ਜੀ, ਉਹਨੇ ਘਰ ਦੇ ਵਿੱਚ ਸਵੱਛ ਭਾਰਤ ਜਿਹੜੀ ਹੈ ਜੀ ਉਹ ਮੁਹਿੰਮ ਚਲਾਈ ਤੇ ਮੇਰਾ ਬਟੂਆ ਸਾਫ਼ ਹੋ ਗਿਆ। ਤੋ ਇਹ ਚੁਟਕਲੇਬਾਜ਼ੀ ਜਿਹੜੀ ਹੈ ਨਾ ਜੀ, ਉਹ ਜ਼ਿਆਦਾ ਹੋ ਰਹੀ ਹੈ। ਉਹ ਇੱਕ ਦਿਨ ਦੇ ਵਾਸਤੇ ਸਾਰਾ ਕੁਝ ਜਿਹੜਾ ਸੀਗਾ ਨਾ ਜੀ, ਉਹ ਜ਼ਿਆਦਾ ਕੀਤਾ ਗਿਆ। ਇੱਕ ਜਿਹੜੀ ਜਿੱਥੇ ਨਰਿੰਦਰ ਮੋਦੀ ਹੋਰਾਂ ਨੇ ਝਾੜੂ ਫੇਰਿਆ, ਉਹਦੀ ਵੀ ਫੋਟੋ ਬੜੀ ਪ੍ਰਚਲਿਤ ਹੈ ਕਿ ਭਾਰਤ ਇੱਕ ਮੁਲਕ ਹੈ ਜਿੱਥੇ ਹਰੇ ਪੱਤੇ ਵੀ ਡਿੱਗ ਪੈਂਦੇ ਨੇ, ਭਾਵ ਕਿ ਹਰੇ ਪੱਤੇ ਤੋੜ ਕੇ ਪਹਿਲਾਂ ਖਿਲਾਰ ਦਿੱਤੇ ਗਏ ਤਾਂ ਕਿ ਉਹਨੂੰ ਝਾੜੂ ਦੇ ਨਾਲ ਇਕੱਠਾ ਕੀਤਾ ਜਾ ਸਕੇ। ਜਿਹੜੀਆਂ ਗੰਦੀਆਂ ਥਾਵਾਂ ਸੀਗਾ ਉੱਥੇ ਲੋਕ ਜਿਹੜੇ ਨੇ ਨਾ ਜੀ, ਉਹ ਨਹੀਂ ਗਏ ਜੀ ਇਹਨਾਂ ਨੂੰ ਸਾਫ਼ ਕਰਨ ਦੇ ਵਾਸਤੇ। ਇਹ ਨੇਤਾ ਲੋਕ ਜਿਹੜੇ ਨੇ, ਮੈਂ ਇੱਕ ਗੱਲ ਕਹੀ ਸੀ ਕਿ ਜਿਹੜੇ ਸਫਾਈ ਕਰਮਚਾਰੀ ਨੇ 90% ਉਹ ਨੇ ਜੀ ਜਿਹੜੇ 60 ਸਾਲ ਦੀ ਉਮਰ ਤੋਂ ਵੱਧ ਨਹੀਂ ਜੀਂਦੇ। 60,000 ਕਰੋੜ ਰੁਪਏ ਦੇ ਨਾਲ ਇਹ ਸਵੱਛ ਭਾਰਤ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ, ਇਹਦੇ ਵਿੱਚੋਂ ਇੱਕ ਹਿੱਸਾ ਇਹਨਾਂ ਸਫਾਈ ਕਰਮਚਾਰੀਆਂ ਦੇ ਸਿਹਤ ਤੇ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਹੈ ਜੀ, ਜੇ ਉਹਦੇ ਵਾਸਤੇ ਲਾਇਆ ਜਾਵੇ ਤਾਂ ਸਹੀ ਮਾਇਨਿਆਂ ਦੇ ਵਿੱਚ ਇਹ ਸਵੱਛ ਭਾਰਤ ਦੀ ਜਿਹੜੀ ਮੁਹਿੰਮ ਆ ਉਹ ਹੋ ਸਕਦੀ ਹੈ। ਨਹੀਂ ਤਾਂ ਜ਼ਿਆਦਾ ਇਹ ਸ਼ੋਸ਼ੇਬਾਜ਼ੀ ਹੈ। ਗਟਰ ਦੇ ਵਿੱਚ ਸਰੋਂ ਦਾ ਤੇਲ ਪਿੰਡੇ ਦੇ ਉੱਤੇ ਲਾ ਕੇ ਵੜ, ਇਹ ਕੋਈ ਰੋਜ਼ੀ ਰੋਟੀ ਦੇ ਵਾਸਤੇ ਸ਼ਾਇਦ, ਮੈਂ ਤਾਂ ਇਹ ਗਿਣਦਾ ਜੀ ਕਿ ਮਹਾਨ ਲੋਕ ਨੇ ਜਿਹੜੇ ਅੱਜ ਵੀ ਜਿਹੜਾ ਜੀ ਇਹ ਗੰਦ ਸਾਫ਼ ਕਰਨ ਦੇ ਵਿੱਚ ਜੀ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹ ਕਮਾਉਂਦੇ ਨੇ। ਬੇਸ਼ੱਕ ਕੋਈ ਬੰਦਾ ਜਿਹੜਾ ਜੀ ਆਪਣੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਉੱਥੋਂ ਲੰਘ ਜਾਂਦਾ ਹੈ, ਪਰ ਜਦੋਂ ਇਹ 2 ਦਿਨ ਕਿਤੇ ਸਫਾਈ ਕਰਮਚਾਰੀ ਜਿਹੜਾ ਜੀ ਕੂੜਾ ਚੁੱਕਣ ਨਾ ਆਵੇ ਤੁਹਾਡੇ ਘਰ ਦਾ ਜਾਂ ਸਫਾਈ ਕਰਨ ਨਾ ਆਵੇ ਤੇ ਲੋਕਾਂ ਨੂੰ ਹੱਥਾਂ ਪੈਰਾਂ ਦੀਆਂ ਜਿਹੜੀਆਂ ਉਹ ਪੈ ਜਾਂਦੀਆਂ ਨੇ। ਪਰ ਅਸੀਂ ਇਹਨਾਂ ਲੋਕਾਂ ਦੀ ਅਹਿਮੀਅਤ ਜਿਹੜੀ ਆ ਨਾ ਜੀ, ਉਹ ਕਦੀ ਵੀ ਸਮਝੀ ਨਹੀਂ। ਸਵੱਛ ਭਾਰਤ ਦੇ ਵਿੱਚ ਸਫਾਈ ਕਰਨ ਵਾਲੇ ਜਿਹੜੇ ਇਹ ਕਰਮਚਾਰੀ ਨੇ ਜੀ, ਉਹਨਾਂ ਦਾ ਕਿਤੇ ਜ਼ਿਕਰ ਨਾ ਆਉਣਾ, ਮੈਨੂੰ ਲੱਗਦਾ ਜੀ ਕਿ ਇਹ ਡਰਾਮਾ ਸੀਗਾ ਸਾਰਾ। ਜੇ ਉਹਨਾਂ ਦਾ ਜ਼ਿਕਰ ਨਹੀਂ ਆਇਆ, ਜੇ ਉਹਨਾਂ ਦੇ ਨਿੱਤ ਦੀਆਂ ਲੋੜਾਂ ਜਾਂ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਜਾਂ ਉਹਨਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ, ਜੇ ਉਹਨਾਂ ਦਾ ਜ਼ਿਕਰ ਨਹੀਂ ਹੋਇਆ, ਮੈਂ ਸਮਝਦਾ ਸਵੱਛ ਭਾਰਤ ਦਾ ਜ਼ਿਕਰ ਨਹੀਂ ਹੋਇਆ। ਬਹੁਤ ਹੀ ਡਰਾਮੇਬਾਜ਼ੀ ਹੈ ਕਾਗਜ਼ਾਂ ਦੇ ਵਿੱਚ ਹੋਈ। ਬਿਲਕੁਲ ਜੀ, ਜਿਹੜੀ ਭਾਰਤ ਦੇ ਵਿੱਚ ਡਰਾਮੇਬਾਜ਼ੀ ਬਹੁਤ ਜ਼ਿਆਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਜਿਹੜੇ ਵਿਚਾਰੇ ਰੀਅਲ ਸਫਾਈ ਕਰਦੇ ਆ, ਅਸਲੀ ਕੰਮ ਆ ਜਿਹੜੇ ਸਫਾਈ ਕਰਦੇ ਆ, ਇੱਕ ਦਿਨ ਦੀਆਂ ਫੋਟੋਆਂ ਦੇ ਨਾਲ ਇਹ ਸਵੱਛ ਭਾਰਤ ਦੀ ਜਿਹੜੀ ਆ ਸਾਰੀ ਉਹ ਨਹੀਂ ਚਲਾਈ ਜਾ ਸਕਦੀ। ਜਿਸ ਤਰ੍ਹਾਂ ਮਹਾਤਮਾ ਗਾਂਧੀ ਨੂੰ ਕਹਿ ਦਿੰਦੇ ਕਿ ਚਰਖਾ ਚਲਾ ਕੇ ਇਹਨਾਂ ਆਜ਼ਾਦੀ ਲਈ ਆ, ਉਹ ਨਹੀਂ, ਉਹ ਉੱਥੇ ਵੀ ਦੂਜਿਆਂ ਦਾ ਨਾਂ ਨਹੀਂ ਆਉਂਦਾ ਜਿਨ੍ਹਾਂ ਨੇ ਕੁਰਬਾਨੀ ਕਰ ਦਿੱਤੀ। ਤੇ ਅਖੀਰ ਦੇ ਵਿੱਚ ਜੀ ਅਜਨਾਮਾ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਹੀ ਤਕਰੀਬਨ ਬਹੁਤੀਆਂ ਸਵਾਲਾਂ ਦਾ ਜਵਾਬ ਜਿਹੜਾ ਜੀ ਹੋਊਗਾ ਕਿ ਰਾਵਣ ਸਾੜ ਕੇ ਪਰਤ ਗਈ ਭੀੜ ਸਾਰੀ, ਚੌਥਾ ਕਰਨ ਨੂੰ ਕਿਸੇ ਵੀ ਆਵਣਾ ਨਹੀਂ। ਰਾਵਣ ਸਾੜ ਕੇ ਪਰਤ ਗਈ ਭੀੜ ਸਾਰੀ, ਚੌਥਾ ਕਰਨ ਨੂੰ ਕਿਸੇ ਵੀ ਆਵਣਾ ਨਹੀਂ। ਹੋਈ ਨੇਕੀ ਦੀ ਜਿੱਤ ਬਰਿਆਈ ਉੱਪਰ, ਜਿੱਦਾਂ ਪਾਪ ਕੋਈ ਕਿਸੇ ਕਮਾਉਣਾ ਨਹੀਂ। ਰਿਸ਼ਵਤ ਕਿਸੇ ਨੇ ਕਿਸੇ ਤੋਂ ਮੰਗਣੀ ਨਾ, ਕੰਮ ਲੋਕਾਂ ਦਾ ਕਿਸੇ ਅਟਕਾਵਣਾ ਨਹੀਂ। ਕਰਨੀ ਕਦੇ ਨਹੀਂ ਕਿਸੇ ਨੇ ਟੈਕਸ ਚੋਰੀ, ਫੜਿਆ ਚੋਰ ਤਾਂ ਕਿਸੇ ਬਚਾਵਣਾ ਨਹੀਂ। ਰਹਿਣਾ ਭਲਕ ਨੂੰ ਯਾਦ ਸੰਦੇਸ਼ ਹੀ ਨਹੀਂ, ਜਪਣਾ ਕਿਸੇ ਨਾ ਕਿਸੇ ਜਪਾਵਣਾ ਨਹੀਂ। ਰਹਿਣਾ ਭਲਕ ਨੂੰ ਯਾਦ ਸੰਦੇਸ਼ ਹੀ ਨਹੀਂ, ਜਪਣਾ ਕਿਸੇ ਨਾ ਕਿਸੇ ਜਪਾਵਣਾ ਨਹੀਂ। ਰਾਤ ਗਈ ਤਾਂ ਬਾਤ ਨਹੀਂ ਯਾਦ ਆਉਣੀ, ਵਿੱਚੋਂ ਨੀਤਾਂ ਦੇ ਰਾਵਣ ਨੇ ਜਾਵਣਾ ਨਹੀਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।